So हाँ जी dear candidates, ਆਪਾਂ अपना task 1 that is we have to write in 150 words जो ਆਪਾਂ 150 words ਦੇ ਵਿੱਚ ਲਿਖਣਾ ਹੁੰਦਾ ਹੈਗਾ ਲਾਈਨ ਗ੍ਰਾਫ ਦਾ ਅੱਜ ਡਿਸਕਸ ਕਰਾਂਗੇ ਜਿਹਦੇ ਵਿੱਚ ਡਿਸਕਸ ਕਰਦੇ ਹੈਗੇ ਆ ਕਿ ਇਹਦਾ ਪੂਰਾ ਪੈਟਰਨ ਕੀ ਹੋਏਗਾ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਇਹ ਸਾਰਾ ਆਪਾਂ ਅੱਜ ਦੀ ਕਲਾਸ ਟਾਸਕ 1 ਦੇ ਵਿੱਚ ਡਿਸਕਸ ਕਰਨ ਵਾਲੇ ਹੈਗੇ ਸੋ ਵੀ ਆਰ ਹੈਵਿੰਗ ਅ ਲਾਈਨ ਗ੍ਰਾਫ ਸਭ ਤੋਂ ਪਹਿਲਾਂ ਆਪਾਂ statement read ਕਰਦੇ ਹਾਂ the line graph below shows the household recycling rate in 3 different countries between 2005 and 15 अपने पास line graph हैगा ਜਿਹੜਾ ਕਿ ਇਨਫੋਰਮੇਸ਼ਨ ਦੇ ਰਿਹਾ ਹੈਗਾ ਹਾਊਸਹੋਲਡ ਰੀਸਾਈਕਲਿੰਗ ਰੇਟਸ ਕਿ ਜੋ ਵੀ ਘਰਾਂ ਦੇ ਵਿੱਚ ਵੇਸਟ ਹੈਗਾ ਉਹਨੂੰ ਰੀਸਾਈਕਲ ਹੋ ਰਿਹਾ ਜੋ ਹਾਊਸਹੋਲਡ ਨੂੰ ਆਪਾਂ ਵਰਡ ਯੂਜ਼ ਕਰ ਸਕਦੇ ਹਾਂ ਡੋਮੈਸਟਿਕ ਠੀਕ ਹੈ ਉਹਨੂੰ ਰੀਸਾਈਕਲ ਕੀਤਾ ਜਾ ਰਿਹਾ ਕਿੱਥੇ ਇਨ 3 ਡਿਫਰੈਂਟ ਕੰਟਰੀਜ਼ ਟਾਈਮ ਪੀਰੀਅਡ 2005 to 2015 ਕਲੀਅਰ ਇਸ ਤੋਂ ਬਾਅਦ ਆਪਾਂ ਗ੍ਰਾਫ ਨੂੰ ਦੇਖ ਲੈਣਾ ਗ੍ਰਾਫ ਨੂੰ ਜਦ ਆਪਾਂ ਦੇਖਦੇ ਹੈਗੇ 3 ਕੰਟਰੀਜ਼ ਨੇ ਕਿਹੜੀਆਂ ਯੂਕੇ ਫਰਾਂਸ ਐਂਡ ਜਰਮਨੀ ਥੋੜਾ ਜਿਹਾ ਹੋਰ ਧਿਆਨ ਨਾਲ ਦੇਖਦੇ ਆ ਤਾਂ ਪਤਾ ਚੱਲਦਾ ਕਿ ਯੂਕੇ ਐਂਡ ਜਰਮਨੀ ਇਨਕਰੀਜ਼ ਕਰਦਾ ਜਾ ਰਿਹਾ ਪਰ ਫਰਾਂਸ ਜਿਹੜਾ ਕਿ ਪਹਿਲਾਂ ਹਾਈਐਸਟ ਪੁਆਇੰਟ ਤੇ ਸੀਗਾ ਕੀ ਆ ਡਿਕਲਾਈਨ ਕਰ ਗਿਆ ਠੀਕ ਹੈ ਕ੍ਰੈਸ਼ ਹੋ ਗਿਆ ਤਾਂ ਬਟ 2013 ਦੇ ਵਿੱਚ ਜਾ ਕੇ ਥੋੜੀ ਜੀ ਫੇਰ ਰਫਤਾਰ ਫੜੀ ਕਿ ਉਹ ਥੋੜੀ ਜੀ ਇਨਕਰੀਜ਼ ਕਰੇ ਅਪ ਟੂ ਹੇਅਰ ਇੱਥੋਂ ਤੱਕ ਸੀਗਾ ਆਪਣਾ ਇੱਥੇ ਹੁਣ ਆਪਾਂ ਥੋੜਾ ਜਿਹਾ ਟਾਈਮ ਲਵਾਂਗੇ ਕਿ ਆਪਾਂ ਆਪਣਾ ਟਾਸਕ ਆ ਜਿਹੜਾ ਉਹ ਕਿੱਦਾਂ ਡਿਵਾਈਡ ਕਰਨਾ ਸਾਰਾ ਸਭ ਤੋਂ ਪਹਿਲਾਂ ਤਾਂ ਆਪਾਂ ਪੈਰਾ ਇੰਟਰੋਡਕਸ਼ਨ ਪੈਰਾ ਲਿਖਣਾ ਹੁੰਦਾ ਇੰਟਰੋਡਕਟਰੀ ਲਾਈਨਸ ਲਿਖਣੀਆਂ ਪੈਰਾ ਨਹੀਂ ਜਸਟ ਉਹ ਲਾਈਨਸ ਹੀ ਹੁੰਦੀਆਂ ਇੰਟਰੋਡਕਟਰੀ ਲਾਈਨਸ ਦੇ ਵਿੱਚ ਕੀ ਸੀਗਾ ਆਪਾਂ ਸਿੰਪਲੀ ਪੈਰਾਫਰੇਜ਼ ਕਰ ਦੇਣਾ ਪੈਰਾਫਰੇਜ਼ ਦਾ ਇਨਫੋਰਮੇਸ਼ਨ ਫਰੋਮ ਯਰ ਟੌਪਿਕ ਜੋ ਵੀ ਟੌਪਿਕ ਆ ਉਹਨੂੰ ਪੈਰਾਫਰੇਜ਼ ਕਰਨਾ ਪੈਰਾਫਰੇਜ਼ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਕਿ ਕਿਹੜਾ ਗ੍ਰਾਫ ਆ ਗ੍ਰਾਫ ਦੇ ਵਿੱਚ ਕਿਸ ਚੀਜ਼ ਦੀ ਪ੍ਰੋਪੋਰਸ਼ਨ ਰੇਸ਼ੋ ਫ੍ਰੈਕਸ਼ਨ ਪਰਸੈਂਟੇਜ ਕੀ ਚੀਜ਼ ਦਿੱਤੀ ਗਈ ਆ ਕਿਸ ਨੂੰ ਕੰਪੇਅਰ ਕੀਤਾ ਗਿਆ ਠੀਕ ਹੈ ਕਿੱਥੇ ਐਂਡ ਕਦੋਂ ਕਲੀਅਰ ਕਿਹੜਾ ਗ੍ਰਾਫ ਕੀ ਹੋ ਰਿਹਾ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਇਹ ਆਪਣਾ ਇੰਟਰੋ ਦਾ ਮੂਲ ਮੰਤਰ ਹੈ ਜਸਟ ਚੈੱਕ ਹੁਣ ਆਪਣੇ ਪਾਸ ਲਾਈਨ ਗ੍ਰਾਫ ਸੀ ਇਹਨੂੰ ਅਗਰ ਆਪਾਂ ਪੈਰਾਫਰੇਜ਼ ਕਰਨਾ ਤਾਂ ਆਪਾਂ ਕੀ ਲਿਖਾਂਗੇ the line graph ਦਿੱਤਾ ਹੈ ਨਾ below shows ਇਹਦੀ ਜਗ੍ਹਾ ਤੇ ਆਪਾਂ ਲਿਖ ਦੇਵਾਂਗੇ illustrates ਆਪਾਂ ਕਹਿ ਦੇਵਾਂਗੇ the line graph illustrates the regional household recycling rates ਠੀਕ ਹੈ ਜੀ ਹਾਊਸਹੋਲਡ ਦੀ ਜਗ੍ਹਾ ਤੇ ਈਵਨ ਆਪਾਂ ਡੋਮੈਸਟਿਕ ਵੀ ਯੂਜ਼ ਕਰ ਸਕਦੇ ਹਾਂ ਕਲੀਅਰ the domestic recycling rates ਕਿੱਥੇ ਅਗਰ ਆਪਣੇ ਕੋਲੇ 2 ਜਾਂ 3 ਕੰਟਰੀਜ਼ ਨੇ ਉਹਨਾਂ ਦਾ ਨਾਮ ਮੈਂਸ਼ਨ ਕਰ ਸਕਦੇ ਆ ਅਦਰਵਾਈਜ਼ ਆਪਾਂ ਸਿੰਪਲੀ ਕਹਿ ਸਕਦੇ ਸੀ in the 3 countries ਜਾਂ ਫਿਰ ਮੈਂ ਤੁਹਾਨੂੰ ਸਾਹਮਣੇ ਰੀਡ ਹੀ ਕਰ ਦਿੰਦਾ ਹੈਗਾ the line graph illustrates the regional household recycling rate in UK, France and Germany ਕਦੋਂ from year 2005 to 2015 ਇੱਥੋਂ ਤੱਕ ਇਸ ਤੋਂ ਬਾਅਦ ਜੋ ਪੈਟਰਨ ਹੈਗਾ ਪੈਟਰਨ ਦੇ ਵਿੱਚ ਆਪਾਂ ਨੂੰ ਲਿਖਣਾ ਹੁੰਦਾ ਓਵਰਵਿਊ ਦੇ ਵਿੱਚ ਆਪਾਂ ਦੇਖਣਾ ਹੁੰਦਾ ਕਿ ਅਗਰ ਲਾਈਨ ਗ੍ਰਾਫ ਆ ਤਾਂ ਉਹ ਚ ਕਿਹੜਾ ਟ੍ਰੈਂਡ ਫੋਲੋ ਹੋ ਰਿਹਾ ਉਹ ਇਨਕਰੀਜ਼ ਹੋ ਰਹੇ ਨੇ ਡਿਕਰੀਜ਼ ਹੋ ਰਹੇ ਨੇ ਕੋਈ ਐਕਸੈਪਸ਼ਨਲ ਕੇਸ ਹੈਗਾ ਮੈਕਸਿਮਮ ਕੀ ਆ ਮਿਨੀਮਮ ਕੀ ਆ ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੁੰਦਾ ਲਾਈਨ ਗ੍ਰਾਫ ਦੇ ਵਿੱਚ ਕਲੀਅਰ ਸੋ ਇਨ ਦਿਸ it is very important ਆਪਾਂ ਜਨਰਲੀ ਇਹਨੂੰ ਸਟਾਰਟ ਕਰਦੇ ਹੁੰਦੇ ਆ ਲਿਖ ਕੇ ਓਵਰਆਲ ਤੋਂ ਬਾਅਦ ਕੋਮਾ ਹਮੇਸ਼ਾ ਆਏਗਾ ਇਹਨੂੰ ਧਿਆਨ ਦੇ ਵਿੱਚ ਰੱਖਣਾ ਕਲੀਅਰ ਅਗਰ ਆਪਾਂ ਇਸ ਗ੍ਰਾਫ ਦੀ ਗੱਲ ਕਰਦੇ ਆ ਇਸ ਗ੍ਰਾਫ 'ਚ ਆਪਾਂ ਦੇਖ ਸਕਦੇ ਆ ਕਿ ਜੋ ਰੀਸਾਈਕਲਿੰਗ ਰੇਟ ਆ ਉਹ ਇਨਕਰੀਜ਼ ਹੋ ਰਿਹਾ ਯੂਕੇ ਅਤੇ ਜਰਮਨੀ ਦੇ ਵਿੱਚ ਪਰ ਫਰਾਂਸ ਦੇ ਵਿੱਚ ਡਿਕਰੀਜ਼ ਹੋ ਰਿਹਾ ਜਿਹੜਾ ਕਿ ਪਹਿਲਾਂ 2005 ਦੇ ਵਿੱਚ ਹਾਈਐਸਟ ਸੀਗਾ सॉरी क्लियर सो इस चीज ਨੂੰ ਆਪਾਂ ਡਿਸਕ੍ਰਾਈਬ ਕਰਨ ਵਾਲੇ ਹਾਂ
2005 ਦੇ ਵਿੱਚ ਹਾਈਐਸਟ ਸੀਗਾ ਜਰਮਨੀ ਦਾ, ਸੌਰੀ ਫਰਾਂਸ ਦਾ, ਉਸ ਤੋਂ ਬਾਅਦ ਉਹ ਡਿਕਲਾਈਨ ਹੁੰਦਾ ਗਿਆ ਜਦਕਿ ਯੂਕੇ ਐਂਡ ਜਰਮਨੀ ਦਾ ਇਨਕਰੀਜ਼ ਹੋਇਆ। ਤਾਂ ਇਸੇ ਨੂੰ ਲੈ ਕੇ ਆਪਣਾ ਓਵਰਆਲ ਵਿਊ ਹੋ ਜਾਏਗਾ। ਆਪਾਂ ਓਵਰਆਲ ਦੇ ਵਿੱਚ ਲਿਖਾਂਗੇ ਦ ਰੀਸਾਈਕਲਿੰਗ ਰੇਟ ਆਫ ਯੂਕੇ ਐਂਡ ਜਰਮਨੀ ਸ਼ੋਡ ਅ ਸਟੈਡੀ ਬਟ ਸਿਗਨੀਫਿਕੈਂਟ ਰਾਈਜ਼, ਜਿਹਦੇ ਵਿੱਚ ਕੀ ਹੈ ਸਟੈਡੀ ਥੋੜਾ ਥੋੜਾ ਕਰਕੇ ਪਰ ਸਿਗਨੀਫਿਕੈਂਟ ਨੋਟੇਬਲ ਹੈਗੀ ਆ, ਜੋ ਚੇਂਜ ਆਪਾਂ ਨੂੰ ਦਿਖਦੀ ਆ, ਠੀਕ ਹੈ, ਰਾਈਜ਼ ਓਵਰ ਦਾ ਪੀਰੀਅਡ। ਵਾਈਲ ਜਦਕਿ ਉਸੇ ਸਮੇਂ ਕੀ ਹੋ ਰਿਹਾ ਫਰਾਂਸ ਦੇ ਵਿੱਚ, ਵਾਈਲ the percentage of recycled waste in France experienced, France ਦੇ ਵਿੱਚ ਕੀ ਹੋਇਆ, it experienced a downward trend, ਉੱਥੇ ਉਹ ਡੁੱਬ ਗਿਆ, downward trend ਹੋ ਰਿਹਾ। clear? ਸਭ ਤੋਂ important dear candidates, overall view ਦੇ ਵਿੱਚ ਆਪਾਂ ਕੋਈ ਵੀ specific details ਨਹੀਂ ਦਿੰਦੇ, ਆਪਾਂ ਨੂੰ ਨਹੀਂ ਦੱਸਣਾ ਕਿ ਉਹ ਕਿੰਨਾ ਇਨਕਰੀਜ਼ ਕਰ ਗਿਆ, ਕਿਹੜੇ ਈਅਰ ਚ ਕਰ ਗਿਆ। we need not to mention this thing in our overall view, overall view ਦੇ ਵਿੱਚ ਆਪਾਂ ਇਸ ਚੀਜ਼ ਨੂੰ ਨਹੀਂ ਦੱਸਣਾ, ਸਿੰਪਲੀ ਆਪਾਂ ਦੱਸਣਾ ਹੁੰਦਾ ਕਿ ਕਿਹੜਾ ਟ੍ਰੈਂਡ ਆ। ਅਗਰ ਮੈਂ ਪੰਜਾਬੀ ਚ ਕਹਣਾ ਕਿ ਮੋਟਾ ਮੋਟਾ ਜਿਹਾ ਦੇਖ ਕੇ ਗ੍ਰਾਫ ਨੂੰ ਆਪਾਂ ਨੂੰ ਕੀ ਪਤਾ ਚੱਲਦਾ ਕਿ ਕੌਣ ਵੱਧ ਰਿਹਾ ਕੌਣ ਘਟ ਰਿਹਾ, ਕੌਣ ਹਾਈਐਸਟ ਹੈਗਾ, that I will mention in my overall view। clear? ਇਸ ਤੋਂ ਬਾਅਦ ਬੋਡੀ ਪੈਰਾ 1 ਐਂਡ ਬੋਡੀ ਪੈਰਾ 2 ਦੇ ਲਈ ਆਪਾਂ ਨੂੰ ਇਨਫੋਰਮੇਸ਼ਨ ਡਿਵਾਈਡ ਕਰਨੀ ਹੁੰਦੀ ਹੈ, ਜਿਹੜਾ ਕਿ ਆਪਣੇ ਲਈ ਇੱਕ ਚੈਲੰਜ ਬਣ ਜਾਂਦਾ। ਸੋ just a minute dear candidate, I need to drink water, I'm getting a 1 minute break। so our next challenge is how to divide the information in body paragraphs, कि body paragraphs ਦੇ ਵਿੱਚ ਆਪਾਂ information ਕਿੱਦਾਂ divide ਕਰਾਂਗੇ। ਤਾਂ body paragraph ਦੇ ਵਿੱਚ information divide ਕਰਨ ਦੇ ਲਈ ਆਪਣੇ ਕੋਲੇ ਜੋ simple rule ਹੁੰਦਾ ਕਿ comparison ਦੇਖ ਲਓ, group data by some features, ਕੁਝ features ਦੇਖੋ ਕਿ ਜਿਹੜੇ similar ਨੇਗੇ। clear? ਹੁਣ ਇਸ ਗ੍ਰਾਫ ਦੇ ਵਿੱਚ ਆਪਾਂ ਨੂੰ ਪਤਾ ਚੱਲ ਰਿਹਾ ਸੀ UK ਐਂਡ ਜਰਮਨੀ followed a similar trend, यूके एंड जर्मनी ਦੇ ਵਿੱਚ ਸਿਮਿਲਰ ਟ੍ਰੈਂਡ ਸੀ, ਉਹ ਦੋਨੋਂ ਉੱਪਰ ਨੂੰ ਜਾ ਰਹੇ ਆ, ਇਨਕਰੀਜ਼ ਹੋ ਰਿਹਾ। ਵਾਈਲ ਫਰਾਂਸ ਦੇ ਵਿੱਚ ਆਪੋਜ਼ਿਟ ਟ੍ਰੈਂਡ ਸੀ, ਉਹ ਨੀਚੇ ਨੂੰ ਆ ਰਿਹਾ ਸੀ, ਉਹ ਡੁੱਬ ਰਿਹਾ ਸੀਗਾ। ਸੋ ਮੈਂ ਆਪਣੀ ਇਨਫੋਰਮੇਸ਼ਨ ਫਰਸਟ ਪੈਰਾ ਦੇ ਵਿੱਚ ਜਿਨ੍ਹਾਂ ਦਾ ਸਿਮਿਲਰ ਟ੍ਰੈਂਡ ਆ यूके ਐਂਡ ਜਰਮਨੀ ਦਾ, ਉਹਨਾਂ ਨੂੰ ਡਿਸਕ੍ਰਾਈਬ ਕਰੂੰਗਾ, ਐਂਡ ਲਾਸਟ ਬੋਡੀ ਪੈਰਾ ਜਿਹਦੇ ਵਿੱਚ ਮੈਂ ਡਿਸਕ੍ਰਾਈਬ ਕਰੂੰਗਾ ਫਰਾਂਸ ਦੇ ਬਾਰੇ। ਠੀਕ ਹੈ, ਕਿਉਂਕਿ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਪੈਟਰਨ ਹੈਗਾ, ਉਹਦੇ ਅਕੋਰਡਿੰਗ ਮੈਂ ਆਪਣੀ ਇਨਫੋਰਮੇਸ਼ਨ ਹੈ ਜੋ ਡਿਵਾਈਡ ਕਰਨੀ। Okay, so just check how to divide information। so overall view ਆਪਾਂ ਦੇ ਦਿੱਤਾ, overall view ਇੱਕ ਵਾਰ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਆਪਾਂ ਪੈਰਾਫ੍ਰੇਜ਼ ਕਰ ਲਿਆ ਐਂਡ overall view ਦੇ ਦਿੱਤਾ। ਉਸ ਤੋਂ ਬਾਅਦ ਬੋਡੀ ਪੈਰਾ 1 ਡਿਸਕਸ ਕਰਾਂਗੇ। intro, paraphrasing, the line graph illustrate regional household recycling rate in the UK, France, Germany from 2005 to 15। ठीक है, की हो रहा, किथे हो रहा, कदों हो रहा, ਆਪਾਂ ਦੱਸ ਦਿੱਤਾ। overall view ਦੇ ਵਿੱਚ ਆਪਾਂ ਦੱਸ ਦਿੱਤਾ the recycling rate of UK and Germany showed a steady but significant rise, ਕਿ ਜਰਮਨੀ ਐਂਡ UK ਦੇ ਵਿੱਚ ਥੋੜਾ ਥੋੜਾ ਕਰਕੇ ਬਟ ਨੋਟੇਬਲ ਰਾਈਜ਼ ਆ ਜੋ ਆ ਰਹੀ ਆ। ਵਾਈਲ ਕਨੈਕਟਰ ਆਪਾਂ ਯੂਜ਼ ਕਰਦੇ ਹੁੰਦੇ ਆ ਕਿ ਜਦੋਂ ਸੇਮ ਟਾਈਮ ਤੇ ਗੱਲ ਚੱਲ ਰਹੀ ਆ ਬਾਕੀ ਦੀ, ਠੀਕ ਹੈ, ਕਿਸੇ ਹੋਰ ਚੀਜ਼ ਲਈ। ਵਾਈਲ percentage of recycled waste in France experienced a downward trend, ਉੱਥੇ ਕੀ ਆਏਗਾ downward trend ਆ ਰਿਹਾ, so we will say it experienced a downward trend। ਹੁਣ ਇਸ ਤੋਂ ਬਾਅਦ ਆਪਾਂ ਡਿਵਾਈਡ ਕਰਨ ਵਾਲੇ ਹੈਗੇ ਆ, ਡਿਸਕ੍ਰਾਈਬ ਕਰਨ ਵਾਲੇ ਹੈਗੇ ਆ ਬੋਡੀ ਪੈਰਾ 1 ਐਂਡ ਬੋਡੀ ਪੈਰਾ 2 ਦੇ ਲਈ। ਤਾਂ ਬੋਡੀ ਪੈਰਾ 1 ਸਟਾਰਟ ਕਿੱਥੋਂ ਕਰਾਂਗੇ? obviously 2005 ਤੋਂ, so I am writing simply in 2005। ਇਸ ਤੋਂ ਬਾਅਦ ਅਗਰ ਆਪਾਂ ਕੌਮਾ ਨਹੀਂ ਪਾ ਰਹੇ ਆਪਣਾ ਬੈਂਡ ਸਕੋਰ ਡਿਡਕਟ ਹੋਏਗਾ। so I am writing in 2005 the recycling rate, ਕਾਤੇ ਗੱਲ ਚੱਲ ਰਹੀ ਹੈ ਰੀਸਾਈਕਲਿੰਗ ਰੇਟਸ ਤੇ, the recycling rate of UK and Germany। ਟਾਸਕ 1 ਦੇ ਵਿੱਚ ਹੁੰਦਾ ਨਾ ਇੱਕ ਆਪਾਂ ਰਿਸਪੈਕਟਿਵਲੀ ਵਾਲੀ ਲਾਈਨ ਬਣਾ ਸਕਦੇ ਹੁੰਦੇ ਆ, ਜਿਹਦੇ ਵਿੱਚ ਆਪਾਂ ਇਨਫੋਰਮੇਸ਼ਨ ਇੱਕੋ ਵਾਰੀ ਚ ਦੱਸ ਦਿੰਦੇ ਆ। ਤਾਂ ਮੈਂ ਦੱਸ ਦਿੱਤਾ the declining the recycling rate of UK and Germany were nearly 35% and 20% respectively। ਤਾਂ ਇੱਥੋਂ ਮੈਂ UK ਦਾ ਦੱਸ ਦਿੱਤਾ about 35 and 20% respectively। ठीक है जी, यूके एंड जर्मनी ਦੇ ਬਾਰੇ ਇੱਕੋ ਲਾਈਨ 'ਚ ਮੈਂ ਇਨਫੋਰਮੇਸ਼ਨ ਦੇ ਦਿੱਤੀ। ਹੁਣ ਮੈਂ ਫਰਦਰ ਪਹਿਲਾਂ
जर्मनी का डिस्क्राइब कर देवांगा, फिर यूके का। वन बाय वन इन्हों बॉडी पैरा वन दे विच डिस्क्राइब कर देवांगा। ओके, सो मैं स्टार्ट कर रहा जर्मनी। जर्मनीज रेट इंक्रीज्ड शार्पली थ्रू आउट द पीरियड। कि अगर आप गल करते हैं जर्मनी का जो रेट है वो शार्पली पहला इंक्रीज होता रहा थ्रू आउट द पीरियड, बट यू कैन चेक नियरली 2009 एंड 10 दे विच आके कोई चेंज आ रही है। सो वी विल मेंशन इंक्रीज थ्रू आउट द पीरियड, कॉमा एक्सीडिंग फ्रांस रेट 2009 ਦੇ ਵਿੱਚ ਆ ਕੇ ਉਹ ਕੀ ਕਰ ਰਿਹਾ, ਐਕਸੀਡ ਕਰ ਰਿਹਾ ਫਰਾਂਸ ਤੋਂ ਅੱਗੇ ਨਿਕਲ ਰਿਹਾ। ਸੋ ਯੂ ਕੈਨ ਰਾਈਟ ਐਕਸੀਡਿੰਗ, ਸਰਪਾਸਿੰਗ, ਇਹ ਵਰਡਸ ਆਪਾਂ ਯੂਜ਼ ਕਰ ਸਕਦੇ ਆ। ਤਾਂ ਮੈਂ ਲਿਖ ਰਿਹਾ ਐਕਸੀਡਿੰਗ ਫਰਾਂਸ ਰੇਟ ਇਨ 2009 ਐਂਡ ਕਿੱਥੇ ਪਹੁੰਚ ਰਿਹਾ, ਐਂਡ ਰੀਚਿੰਗ almost 60%, almost near to 60%, I'm saying almost 60% in the end of the period। कदों in the end of the period, that is at 2015। clear जी। ਹੁਣ similar trend ਦੇਖਣ ਨੂੰ ਮਿਲ ਰਿਹਾ ਹੈਗਾ यूके ਦੇ ਵਿੱਚ। ਆਪਾਂ यूके ਨੂੰ ਵੀ same manner ਦੇ ਵਿੱਚ describe ਕਰਾਂਗੇ, that meanwhile ਜਾਂ in the meantime। मैं कनेक्टर लिया, कॉमा पाया, ठीक है। फिर मैं स्टार्ट कर रहा हैगा the percentage of recycled waste in the UK। क्लियर हो गया कि यूके की गल करनी आप शुरू कर दी। इन द मीन टाइम द परसेंटेज ऑफ, सो आई एम सेइंग द परसेंटेज ऑफ रिसाइकल्ड वेस्ट इन यूके grew to 40% in 2007। 2007 ਦੇ ਵਿੱਚ 40% तक पहुंच गया, but then for next few years it remained constant। लाइन पैरेलल होगी ना, टाइम एक्सिस दे पैरेलल होगी लाइन, इट मींस कोई चेंज नहीं आई, कांस्टेंट सी, उत्थे ही रहा। तो मैं लिख रहा एंड देन रिमेन्ड कांस्टेंट, या फिर तुसी लिख सकते हो रिमेन्ड स्टेडी, इवन यू कैन से रिमेन अनचेंज्ड, ठीक है, अंटिल 2009 कि 2009 तक कोई चेंज नहीं आई। बट 2009 तो बाद 11 तक, ठीक है, कि ये सडन ग्रोथ आ, रॉकेटेड, रैपिड ग्रोथ, ये वाली टर्म है जो आप यूज कर सकते हैं। सो आई एम सेइंग the percentage of recycled waste in UK grew to 40% in 2007 and then remained steady until 2009। However, in 2009 and 11 it experienced, इत्थे की आया, it experienced a rapid surge, एकदम ऊपर नु गया, rapid surge to more than 50%। कित्थे पहुंच गया, more than 50%, and हले वो रुकिया नहीं, and gradual increase to 60% in 2015 कि 15 तक 2015 तक हौली हौली करके कित्थे पहुंच गया, gradual increase up to 60%। this is for our body para 1। ये अपना body para 1 दे लिए sufficient है, but हुन आपां गल करनी है body para 2 दे लिए। बॉडी पैरा 2 ਦੇ ਵਿੱਚ ਆਉਣੇ ਆ, ਬॉडी पैरा 2 ਨੂੰ ਚੈੱਕ ਕਰਾਂਗੇ। बॉडी पैरा 2 ਦੇ ਵਿੱਚ ਆਪਾਂ ਨੂੰ ਪਤਾ ਚੱਲ ਰਿਹਾ ਕਿ ਸਟਾਰਟਿੰਗ ਦੇ ਵਿੱਚ ਫਰਾਂਸ ਜਿਹਦੀ ਚੜਾਈ ਸੀ ਸਭ ਤੋਂ ਵੱਧ ਰੀਸਾਈਕਲਿੰਗ ਰੇਟ ਸੀਗਾ ਐਟ 50%, ਪਰ ਹੌਲੀ ਹੌਲੀ ਇਹ ਚੜਾਈ ਥੱਲੇ ਨੂੰ ਜਾਂਦੀ ਗਈ। ਕਦੋਂ ਤੱਕ, 2013 ਤੱਕ। ਕਿੱਥੇ ਤੱਕ ਪਹੁੰਚ ਗਈ ਸੀ, 30%, ਬਟ 13 ਤੋਂ 15 ਤੱਕ ਫਿਰ ਤੋਂ ਕੀ ਹੋਇਆ, ਥੋੜੀ ਜਿਹੀ ਇਨਕਰੀਜ਼ ਆਈ। बस ये जो मैं पंजाबी च गल की ट्रांसलेट करके एज इट इज बॉडी पैरा 2 बना देना। सो जस्ट चेक, इन अर्ली 2005 the recycling rate of France, that is 50%, was the highest among the three। कि तिन्ना दे विचों फ्रांस दा 2005 दे विच हाईएस्ट सी जेड़ा कि 50% सीगा। however, पर however तो बाद भी कॉमा लगाना जरूरी है। However, it dramatically decreased, वो फिर decrease होया। However, it dramatically declined, decreased, ठीक है, कुछ भी यूज कर सकते हो, टू कित्थे तक, 30% तक। कदों, by the time 2013। तो मेरी लाइन बन रही है dramatically declined to 30% in 2013। Then
THN ਉਸ ਤੋਂ ਬਾਅਦ ਕੀ ਹੋ ਰਿਹਾ then there was a growth of 10%, ਉੱਥੇ ਕੀ ਆ 10% ਦੀ growth ਆ ਰਹੀ ਆ ਕਦੋਂ from 13 to 15, ਪਰ ਹਲੇ ਵੀ ਰਹੂਗਾ ਤਾਂ ਲੋਐਸਟ ਹੀ ਨਾ ਬਾਕੀਆਂ ਦੇ ਕੰਪੈਰੀਜ਼ਨ ਚ 2015 ਚ ਜਾ ਕੇ, ਤਾਂ ਆਪਾਂ ਕਵਾਂਗੇ but France recycling rate was lowest in the end of the period. France recycling rate was lowest in the end of the period. So ਇਹ ਸੀਗਾ ਡੀਅਰ ਕੈਂਡੀਡੇਟਸ, ਆਪਾਂ ਬੜੇ ਸਿੰਪਲ ਜਿਹੇ ਤਰੀਕੇ ਨਾਲ ਆਪਣੀ ਇਨਫੋਰਮੇਸ਼ਨ ਆ ਜਿਹੜੀ ਡਿਵਾਈਡ ਕੀਤੀ ਆ, ਠੀਕ ਹੈ। ਪੈਰਾਫਰੇਜ਼, ਓਵਰਆਲ, ਬੋਡੀ ਪੈਰਾ 1, ਬੋਡੀ ਪੈਰਾ 2। ਅਗਰ ਤੁਸੀਂ ਪੈਟਰਨ ਸਮਝ ਲਿਆ, ਤੁਹਾਡੇ ਲਈ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਓਕੇ, ਯੂ ਕੈਨ ਚੈੱਕ ਦਾ ਸੈਂਪਲ ਆਨਸਰ, ਇੱਕ ਵਾਰ ਸੈਂਪਲ ਆਨਸਰ ਚੈੱਕ ਕਰ ਸਕਦੇ ਹੋ। ਅਗਰ ਕੋਈ ਤੁਹਾਡੇ ਕੋਲ ਡਾਊਟ ਹੈਗਾ ਯੂ ਕੈਨ ਆਸਕ ਮੀ, ਤੁਸੀਂ ਮੈਨੂੰ ਪੁੱਛ ਕੇ ਕਲੀਅਰ ਕਰ ਸਕਦੇ ਹੋ।